Good morning, students. In this lecture, we discuss suggestions to manage public debt. In India, level of public debt, both internal and external, is very high. ਇੰਡੀਆ ਦੇ ਵਿੱਚ ਜਿਹੜਾ ਪਬਲਿਕ ਡੈਪ ਦਾ ਬਰਡਨ ਆ ਇੰਟਰਨਲ ਅਤੇ ਐਕਸਟਰਨਲ ਬਹੁਤ ਜ਼ਿਆਦਾ ਇਨਕਰੀਜ਼ ਕਰ ਗਿਆ, ਜਿਸ ਕਾਰਨ ਜਿਹੜਾ ਗਵਰਨਮੈਂਟ ਦੇ ਉੱਪਰ ਇੰਟਰਸਟ ਰੇਟ ਦਾ ਵੀ ਬਰਡਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਫਰਦਰ ਇਨ ਇੰਡੀਆ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਪਬਲਿਕ ਡੈਪ ਦਾ ਮੇਨ ਯੂਟੀਲਾਈਜੇਸ਼ਨ ਜਿਹੜਾ ਅਨਪ੍ਰੋਡਕਟਿਵ ਪਰਪਸ ਦੇ ਲਈ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਜਿਹੜੀ ਗਵਰਨਮੈਂਟ ਦੇ ਉੱਪਰ ਜਿਹੜਾ ਪਬਲਿਕ ਡੈਪ ਦਾ ਬਰਡਨ ਆ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ ਅਤੇ ਗਵਰਨਮੈਂਟ ਇੱਕ ਡੈਪ ਟਰੈਪ ਦੇ ਵਿੱਚ ਫਸ ਜਾਂਦੀ ਆ। ਇਸ ਕਰਕੇ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਉਹ ਇਸ ਆਪਣੇ ਅਨਪ੍ਰੋਡਕਟਿਵ ਜਿਹੜੇ ਪਰਪਸ ਲਈ ਯੂਜ਼ ਕਰਦੀ ਹੈ ਪਬਲਿਕ ਡੈਪਟ ਨੂੰ, ਉਸਨੂੰ ਕੰਟਰੋਲ ਕਰੇ ਅਤੇ ਮੈਨੇਜ ਕਰੇ ਪਬਲਿਕ ਡੈਪਟ ਨੂੰ। ਫੋਲੋਇੰਗ ਆਰ ਦਾ ਮੇਨ ਸੁਜੈਸ਼ਨ ਇਨ ਦਿਸ ਰਿਗਾਰਡਸ। ਫਸਟ ਇਜ਼ ਰਿਡਕਸ਼ਨ ਇਨ ਪਬਲਿਕ ਡੈਪਟ ਫੋਰ ਅਨਪ੍ਰੋਡਕਟਿਵ ਐਕਸਪੈਂਸਿਸ। ਇੰਡੀਆ ਦੇ ਵਿੱਚ ਗਵਰਨਮੈਂਟ ਆਪਣੇ ਜਿਹੜੇ ਪਬਲਿਕ ਡੈਪਟ ਦਾ ਉਸਨੂੰ ਯੂਟੀਲਾਈਜ਼ ਅਨਪ੍ਰੋਡਕਟਿਵ ਪਰਪਸ ਦੇ ਲਈ ਵੀ ਕਰਦੀ ਆ। ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ, ਉਹਨਾਂ ਸਾਰੇ ਅਨਪ੍ਰੋਡਕਟਿਵ ਪਰਪਸ ਦੇ ਲਈ ਜਿਹੜਾ ਯੂਜ਼ ਕਰਦੀ ਉਸਨੂੰ ਘੱਟ ਕਰਨਾ ਚਾਹੀਦਾ, ਲਾਈਕ ਐਕਸਪੈਂਡੀਚਰ ਔਨ ਸਬਸਿਡੀਜ਼, ਡਿਫੈਂਸ, ਸੋਸ਼ਲ ਸਿਕਿਉਰਿਟੀਜ਼ ਐਕਸੈਟਰਾ। ਇਸ ਲਈ ਗਵਰਨਮੈਂਟ ਨੂੰ ਜਿਹੜਾ ਪਬਲਿਕ ਡੈਪਟ ਦਾ ਯੂਜ਼ ਕਰਦੀ ਆ ਫੋਰ ਅਨਪ੍ਰੋਡਕਟਿਵ ਐਕਸਪੈਂਸਿਸ ਲਈ ਉਸਨੂੰ ਅਵੋਇਡ ਕਰਨਾ ਚਾਹੀਦਾ ਆ। ਭਾਵੇਂ ਇਹ ਵਾਲੀ ਜਿਹੜੀ ਅਨਪ੍ਰੋਡਕਟਿਵ ਪਰਪਸ ਦੇ ਲਈ ਜਿਹੜੀ ਗਵਰਨਮੈਂਟ ਐਕਸਪੈਂਸਿਸ ਕਰਦੀ ਆ, ਭਾਵੇਂ ਇਹ ਜਿਹੜੀ ਐਕਸਪੈਂਸਿਸ ਆ ਨੈਸ਼ਨਲ ਸਿਕਿਉਰਿਟੀ ਦੇ ਲਈ ਅਸੈਂਸ਼ੀਅਲ ਆ ਐਂਡ ਸੋਸ਼ਲ ਵੈਲਫੇਅਰ ਦੇ ਲਈ, ਬਟ ਦੀਜ਼ ਐਕਸਪੈਂਸਿਸ ਸ਼ੁੱਡ ਨਾਟ ਬੀ ਫਾਈਨਾਂਸਡ ਥਰੂ ਪਬਲਿਕ ਡੈਪਟ ਐਜ਼ ਡੈਪਟ ਇਨਵੋਲਵਸ ਰੀਪੇਮੈਂਟ ਓਬਲੀਗੇਸ਼ਨ ਅਲੋਂਗ ਵਿਦ ਇੰਟਰਸਟ। ਇਸ ਲਈ ਪਬਲਿਕ ਡੈਪਟ ਨੂੰ ਜਿਹੜਾ ਯੂਟੀਲਾਈਜ਼ ਕਰਨਾ ਚਾਹੀਦਾ ਉਹ ਪ੍ਰੋਡਕਟਿਵ ਪਰਪਸ ਦੇ ਲਈ ਕਰਨਾ ਚਾਹੀਦਾ। ਇਸ ਨਾਲ ਕੀ ਹੋਏਗਾ, ਇਕੋਨਮੀ ਦੀ ਰੈਪਿਡ ਗਰੋਥ ਹੋਏਗੀ, ਇਨਕਮ ਜਨਰੇਟ ਹੋਏਗੀ ਅਤੇ ਜਦੋਂ ਪ੍ਰੋਡਕਟਿਵ ਪ੍ਰੋਜੈਕਟਸ ਦੇ ਵਿੱਚ ਪਬਲਿਕ ਡੈਪਟ ਨੂੰ ਯੂਟੀਲਾਈਜ਼ ਕੀਤਾ ਜਾਵੇਗਾ, ਉਸ ਨਾਲ ਕੀ ਹੋਏਗੀ, ਜਿਹੜੀ ਲੋਨਸ ਦੀ ਰੀਪੇਮੈਂਟ ਹੋਏਗੀ ਉਹ ਵੀ ਗਵਰਨਮੈਂਟ ਆਸਾਨੀ ਨਾਲ ਕਰ ਪਾਏਗੀ। ਇਸ ਤਰ੍ਹਾਂ ਜਦੋਂ ਲੋਨਸ ਦਾ ਯੂਜ਼ ਪ੍ਰੋਡਕਟਿਵ ਪਰਪਸ ਦੇ ਲਈ ਕਰੇਗਾ ਕੀਤਾ ਜਾਵੇਗਾ, ਗਵਰਨਮੈਂਟ ਕਰੇਗੀ, ਅਤੇ ਉਸ ਨਾਲ ਕੀ ਹੋਏਗੀ, ਜਿਹੜੀ ਬਰਡਨ ਆ ਇਕੋਨਮੀ ਦੇ ਉੱਪਰ ਡੈਪਟ ਦਾ ਉਹ ਹੌਲੀ ਹੌਲੀ ਡਿਮਿਨਿਸ਼ ਕਰਨਾ ਸਟਾਰਟ ਕਰ ਦੇਗਾ। ਫਰਦਰ ਪ੍ਰੋਡਕਟਿਵ ਪ੍ਰੋਜੈਕਟਸ ਵਿਲ ਆਲਸੋ ਕ੍ਰੀਏਟ ਐਮਪਲੋਇਮੈਂਟ ਐਂਡ ਰੈਵਨਿਊ। ਨੈਕਸਟ ਇਜ਼ mobilization of resources through taxes. To reduce dependence on public debt, government should mobilize more resources by widening the scope of taxation and checking ਟੈਕਸ ਐਵੀਜ਼ਨ। ਕਿ ਗਵਰਨਮੈਂਟ ਨੂੰ ਆਪਣੀ ਜਿਹੜੀ ਇਨਕਮ ਆ ਟੈਕਸ ਦੇ ਥਰੂ ਇਨਕਰੀਜ਼ ਕਰਨੀ ਚਾਹੀਦੀ ਆ। ਇੰਡੀਆ ਦੇ ਵਿੱਚ ਜਿਹੜਾ 5 to 6% ਹੀ ਪਰਸਨ ਆ ਜਿਹੜੇ ਟੈਕਸ ਦੇ ਅੰਡਰ ਆਉਂਦੇ, ਜੋ ਕਿ ਟੈਕਸ ਪੇ ਕਰਦੇ ਆ। ਇੰਡੀਆ ਦੀ ਇੰਨੀ ਜ਼ਿਆਦਾ ਪਾਪੂਲੇਸ਼ਨ ਆ, ਬਟ ਉਹਨਾਂ ਵਿੱਚੋਂ ਸਿਰਫ ਟੈਕਸ ਪੇ ਕਰਨ ਵਾਲੇ ਬਹੁਤ ਹੀ ਥੋੜ੍ਹੇ ਪਰਸਨ ਆ, ਜਿਸ ਕਾਰਨ ਇੰਡੀਆ ਦਾ ਜਿਹੜਾ ਸੋਰਸ ਆਫ ਇਨਕਮ ਆ ਟੈਕਸ ਤੋਂ ਉਹ ਬਹੁਤ ਹੀ ਘੱਟ ਆ। ਇਸ ਕਰਕੇ ਇੰਡੀਅਨ ਗਵਰਨਮੈਂਟ ਨੂੰ ਆਪਣੇ ਜਿਹੜੇ ਟੈਕਸ ਦਾ ਸਕੋਪ ਨੂੰ ਵਾਈਡ ਕਰਨਾ ਚਾਹੀਦਾ ਆ, ਐਂਡ ਇਸ ਤੋਂ ਇਲਾਵਾ ਜਿਹੜੀ ਟੈਕਸ ਚੋਰੀ ਆ ਉਸਨੂੰ ਵੀ ਕੰਟਰੋਲ ਕਰਨਾ ਚਾਹੀਦਾ, ਉਸਨੂੰ ਰੋਕਣਾ ਚਾਹੀਦਾ ਹੈ। unnecessary tax exemptions and tax holiday should be withdraw. Increase tax collection ਦੇ ਕਾਰਨ ਗਵਰਨਮੈਂਟ ਦੀ ਰੈਵਨਿਊ ਇਨਕਰੀਜ਼ ਹੋਏਗੀ, ਐਂਡ ਉਸ ਕਾਰਨ ਜਿਹੜੀ ਪਬਲਿਕ ਡੈਪਟ ਦੇ ਉੱਪਰ ਜਿਹੜੀ ਡਿਪੈਂਡੈਂਸ ਆ ਉਹ ਵੀ ਰਿਡਿਊਸ ਹੋਏਗੀ। ਨੈਕਸਟ ਇਜ਼ ਅਨਟਾਈਡ ਲੋਨ। ਅਨਟਾਈਡ ਲੋਨਸ ਕੀ ਹੁੰਦੇ ਆ ਕਿ ਜਿਹੜੇ ਜਿਸ ਪਰਪਸ ਦੇ ਲਈ ਦਿੱਤੇ ਜਾਂਦੇ ਉਹਨਾਂ ਨੂੰ ਉਸ ਪਰਪਸ ਦੇ ਲਈ ਹੀ ਯੂਜ਼ ਕਰਨਾ ਪੈਂਦਾ ਆ। ਇਸ ਲਈ ਗਵਰਨਮੈਂਟ ਨੂੰ ਜਿਹੜੇ ਅਨਟਾਈਡ ਲੋਨਸ ਆ ਉਹਨਾਂ ਨੂੰ ਪ੍ਰੋਡਕਟਿਵ ਪਰਪਸ ਦੇ ਲਈ ਹੀ ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਇਜ਼ ਰਿਡਕਸ਼ਨ ਇਨ ਬਰਡਨ ਆਫ ਡੈਪਟ ਸਰਵਿਸਿੰਗ। ਦੈਟ ਮੀਨਸ ਕਿ ਗਵਰਨਮੈਂਟ ਨੂੰ ਡੈਪਟ ਸਰਵਿਸਿਜ਼ ਦੇ ਬਰਡਨ ਨੂੰ ਰਿਡਕਟ ਕਰਨਾ ਚਾਹੀਦਾ ਹੈ। ਇਸ ਦੇ ਲਈ ਜਿਹੜੀ ਰੇਟ ਆਫ ਇੰਟਰਸਟ ਜੋ ਕਿ ਪੇ ਕੀਤੇ ਜਾਂਦੇ ਨੇ ਲੋਕਾਂ ਨੂੰ ਅਤੇ ਔਰਗਨਾਈਜੇਸ਼ਨ ਨੂੰ, ਇਸ ਲਈ ਗਵਰਨਮੈਂਟ ਉਸਨੂੰ ਕੀ ਕਰਨਾ ਚਾਹੀਦਾ, ਘੱਟ ਰੱਖੇ ਜਾਣੇ ਚਾਹੀਦੇ ਆ। ਨੈਕਸਟ ਇਜ਼ ਮੋਰ ਪ੍ਰੈਫਰੈਂਸ ਟੂ ਇਕੁਇਟੀ। ਮੋਰ ਪ੍ਰੈਫਰੈਂਸ ਟੂ ਇਕੁਇਟੀ ਮਤਲਬ ਕਿ ਗਵਰਨਮੈਂਟ ਨੂੰ ਲੋਨਸ ਦੇ ਮੁਕਾਬਲੇ ਇਕੁਇਟੀ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਚਾਹੀਦੀ ਆ। ਸਪੋਜ਼ ਕਿ ਗਵਰਨਮੈਂਟ ਜੇ ਕਿਸੇ ਕੰਪਨੀ ਅਤੇ ਜਾਂ ਫਿਰ ਕਿਸੇ ਔਰਗਨਾਈਜੇਸ਼ਨ 'ਤੇ ਜੇ ਕੋਈ ਇਕੁਇਟੀ ਪਰਚੇਜ਼ ਕਰਦੀ ਆ, ਅਤੇ ਜਿਵੇਂ ਜਿਵੇਂ ਉਹ ਕੰਪਨੀ ਜਾਂ ਔਰਗਨਾਈਜੇਸ਼ਨ ਪ੍ਰੋਗਰੈਸ ਕਰੇਗੀ, ਉਹ ਆਪਣਾ ਡਿਵੈਲਪ ਕਰੇਗੀ, ਦੈਨ ਉਸ ਦੇ ਨਾਲ ਕੀ ਹੋਏਗਾ, ਉਸਨੂੰ ਪ੍ਰੋਫਿਟ ਵੀ ਜ਼ਿਆਦਾ ਵਰੇਗਾ। ਜਦੋਂ ਉਸਨੂੰ ਜ਼ਿਆਦਾ ਪ੍ਰੋਫਿਟ ਮਿਲੇਗਾ ਉਸ ਨਾਲ ਗਵਰਨਮੈਂਟਸ ਨੂੰ ਵੀ ਲਾਰਜ ਸ਼ੇਅਰ ਮਿਲੇਗਾ ਅਤੇ ਗਵਰਨਮੈਂਟ ਦੇ ਐਸੈਟਸ ਵੀ ਇਨਕਰੀਜ਼ ਹੋਣਗੇ ਇਨ ਦੀ ਫੋਰਮ ਆਫ ਇਕੁਇਟੀ ਦੇ ਵਿੱਚ। ਐਜ਼ ਅ ਰਿਜ਼ਲਟ ਇਸ ਕਾਰਨ ਜਿਹੜੀ ਐਫੀਸ਼ੀਐਂਸੀ ਹੈ ਐਂਡ ਕੰਪੀਟੇਟਿਵਨੈਸ
of the production capacity of the country increase, कि country ਦੇ ਵਿੱਚ efficiency ਤੇ competition ਵੀ increase ਹੁੰਦਾ ਹੈ। next is export promotion and import substitution। ਐਕਸਟਰਨਲ ਡੈਪਟ ਨੂੰ ਪੇ ਕਰਨ ਦੇ ਲਈ ਗਵਰਨਮੈਂਟ ਨੂੰ ਫੋਰਨ ਕਰੰਸੀ ਦੀ ਜ਼ਰੂਰਤ ਹੁੰਦੀ ਆ। ਇਸ ਕਾਰਨ ਗਵਰਨਮੈਂਟ ਨੂੰ ਆਪਣੇ ਐਕਸਪੋਰਟ ਨੂੰ ਪ੍ਰਮੋਟ ਕਰਨਾ ਚਾਹੀਦਾ, ਕਿਉਂਕਿ ਜਦੋਂ ਐਕਸਪੋਰਟ ਜ਼ਿਆਦਾ ਹੋਣਗੇ ਦੈਨ ਹੀ ਗਵਰਨਮੈਂਟ ਕੋਲ ਫੋਰਨ ਕਰੰਸੀ ਆਏਗੀ, ਜਿਸ ਕਾਰਨ ਗਵਰਨਮੈਂਟ ਆਪਣੇ ਐਕਸਟਰਨਲ ਡੈਪਟ ਨੂੰ ਘੱਟ ਕਰ ਸਕਦੀ ਆ। ਇਸ ਤੋਂ ਇਲਾਵਾ ਐਕਸਪੋਰਟ ਪ੍ਰਮੋਸ਼ਨ ਤੋਂ ਇਲਾਵਾ ਗਵਰਨਮੈਂਟ ਨੂੰ ਇੰਪੋਰਟ ਸਬਸਟੀਟਿਊਸ਼ਨ ਵੀ ਕਰਨਾ ਚਾਹੀਦਾ। ਦੈਟ ਮੀਨਸ ਕਿ ਜਿਹੜੀਆਂ ਗੁੱਡਸ ਨੂੰ ਉਹ ਬਾਹਰੋਂ ਮੰਗਵਾਉਂਦੀ ਆ ਉਸ ਚੀਜ਼ ਦਾ ਪ੍ਰੋਡਕਸ਼ਨ ਕੰਟਰੀ ਦੇ ਅੰਦਰ ਹੀ ਕਰਨਾ ਚਾਹੀਦਾ, ਜਿਸ ਕਾਰਨ ਕੀ ਹੋਏਗਾ, ਗਵਰਨਮੈਂਟ ਦੀ ਇੱਕ ਤਾਂ ਫੋਰਨ ਕਰੰਸੀ ਬਚੇਗੀ ਅਤੇ ਇੱਕ ਉਸ ਦੇ ਨਾਲ ਕੀ ਹੋਏਗਾ, ਐਕਸਟਰਨਲ ਡੈਪਟਸ ਦੇ ਉੱਪਰ ਜਿਹੜੀ ਡਿਪੈਂਡੈਂਸ ਜ਼ਿਆਦਾ ਹੈ ਉਹ ਵੀ ਘੱਟ ਹੋਏਗੀ। ਨੈਕਸਟ ਇਜ਼ ਸੇਲਿੰਗ ਕੰਟਰਾਬੈਂਡ ਗੋਲਡ ਟੂ ਰਿਡੀਮ ਡੈਪਟ। ਬਹੁਤ ਸਾਰੇ ਲੋਕ ਹੁੰਦੇ ਆ ਜੋ ਕਿ ਸਮਗਲਿੰਗ ਕਰਕੇ ਗੋਲਡ ਨੂੰ ਕੰਟਰੀ ਦੇ ਅੰਦਰ ਵੀ ਲੈ ਕੇ ਆਉਂਦੇ ਅਤੇ ਕੰਟਰੀ ਤੋਂ ਬਾਹਰ ਵੀ ਲੈ ਕੇ ਆਉਂਦੇ ਆ। ਜਦੋਂ ਸਮਗਲਰਸ ਨੂੰ ਕਸਟਮ ਡਿਊਟੀ ਦੇ ਦੌਰਾਨ ਫੜ ਲਿਆ ਜਾਂਦਾ ਆ ਅਤੇ ਗਵਰਨਮੈਂਟ ਉਸ ਸਮਗਲਰ ਤੋਂ ਫੜੇ ਹੋਏ ਗੋਲਡ ਨੂੰ ਮਾਰਕੀਟ ਪ੍ਰਾਈਸ ਦੇ ਉੱਪਰ ਸੇਲ ਕਰਕੇ ਆਪਣੀ ਇਨਕਮ ਨੂੰ ਜਨਰੇਟ ਕਰ ਸਕਦੀ ਹੈ, ਜਿਸ ਕਾਰਨ ਕਿ ਉਹ ਡੈਪਟ ਦੀ ਪੇਮੈਂਟ ਕਰ ਸਕਦੀ ਹੈ ਉਸ ਇਨਕਮ ਜਾਂ ਰੈਵਨਿਊ ਤੋਂ। ਨੈਕਸਟ ਇਜ਼ ਯੂਜ਼ਿੰਗ ਅਮਾਊਂਟ ਰਿਅਲਾਈਜ਼ਡ ਫਰੋਮ ਡਿਸਇਨਵੈਸਟਮੈਂਟ। ਇਸ ਦਾ ਮਤਲਬ ਇਹ ਕਿ ਗਵਰਨਮੈਂਟ ਅੱਜ ਕੱਲ੍ਹ ਆਪਣੇ ਬਹੁਤ ਸਾਰੇ ਸ਼ੇਅਰਸ ਆ ਕਿ ਉਹ ਪ੍ਰਾਈਵੇਟ ਸੈਕਟਰ ਨੂੰ ਵੇਚ ਰਹੀ ਆ, ਜਿਵੇਂ ਕਿ ਬਹੁਤ ਸਾਰੇ ਪਬਲਿਕ ਸੈਕਟਰਸ ਨੂੰ ਪ੍ਰਾਈਵੇਟ ਸੈਕਟਰ ਨੂੰ ਵੇਚ ਰਹੀ ਆ। ਉਸ ਨੂੰ ਕੀ ਕਿਹਾ ਜਾਂਦਾ, ਡਿਸਇਨਵੈਸਟਮੈਂਟ। ਜਦੋਂ ਗਵਰਨਮੈਂਟ ਪ੍ਰਾਈਵੇਟ ਸੈਕਟਰ ਨੂੰ ਵੇਚ ਰਹੀ ਹੈ ਤਾਂ ਉਸਨੂੰ ਉਸ ਤੋਂ ਰੈਵਨਿਊ ਹੁੰਦੀ ਆ। ਉਸ ਰੈਵਨਿਊ ਦੇ ਕਾਰਨ ਗਵਰਨਮੈਂਟ ਕੀ ਕਰ ਸਕਦੀ ਹੈ, ਆਪਣੇ ਪਬਲਿਕ ਡੈਪਟ ਦੀ ਰੀਪੇਮੈਂਟ ਕਰ ਸਕਦੀ ਹੈ। ਨੈਕਸਟ ਇਜ਼ ਸੇਲਿੰਗ ਏ ਪਾਰਟ ਆਫ ਵੇਸਟ ਰੀਅਲ ਅਸਟੇਟ। ਲਾਈਕ ਗਵਰਨਮੈਂਟ ਕੋਲ ਬਹੁਤ ਸਾਰੀਆਂ ਬਿਲਡਿੰਗਸ ਹੋ ਗਿਆ ਜਾਂ ਕੋਈ ਪ੍ਰੋਪਰਟੀ ਹੋ ਗਈ ਜੋ ਐਵੇਂ ਵੇਸਟ ਵਿੱਚ ਪਈਆਂ, ਗਵਰਨਮੈਂਟ ਉਸ ਨੂੰ ਸੇਲ ਕਰਕੇ ਜਾਂ ਰੈਂਟ ਉੱਪਰ ਦੇ ਕੇ ਆਪਣੀ ਇਨਕਮ ਨੂੰ ਜਨਰੇਟ ਕਰ ਸਕਦੀ ਆ, ਜਿਸ ਕਾਰਨ ਉਹ ਕਿ ਪਬਲਿਕ ਡੈਪਟ ਦੇ ਉੱਪਰ ਜਿਹੜੇ ਡਿਪੈਂਡੈਂਸ ਆ ਉਸ ਨੂੰ ਥੋੜ੍ਹਾ ਰਿਡਿਊਸ ਕਰ ਸਕਦੀ ਆ। ਨੈਕਸਟ ਇਜ਼ ਅਦਰ ਸੁਜੈਸ਼ਨਸ। more incentives may be given to foreign private investment। foreign private investment ਨੂੰ ਇਨਸੈਂਟਿਵਸ ਜ਼ਿਆਦਾ ਦੇਣਾ ਚਾਹੀਦਾ ਤਾਂ ਜੋ ਜ਼ਿਆਦਾ ਇਨਵੈਸਟਮੈਂਟ ਕਰ ਸਕਣ। ਐਂਡ ਗਵਰਨਮੈਂਟ ਜਿਸ ਪ੍ਰੋਜੈਕਟ ਦੇ ਲਈ ਲੋਨਸ ਲੈਂਦੀ ਆ ਉਸਨੂੰ ਵਿਦਿਨ ਦੀ ਟਾਈਮ ਦੇ ਵਿੱਚ ਹੀ ਕੰਪਲੀਟ ਕਰਨਾ ਚਾਹੀਦਾ ਆ। ਗਵਰਨਮੈਂਟ ਨੂੰ ਜ਼ਿਆਦਾ ਲੌਂਗ ਟਰਮਸ ਲੋਨ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਆ ਐਂਡ ਉਸਨੂੰ ਪੂਰੇ ਪ੍ਰੋਪਰ ਟਾਈਮ ਦੇ ਉੱਪਰ ਹੀ ਪੇ ਕਰਨਾ ਚਾਹੀਦਾ, ਬੈਕ ਕਰਨਾ ਚਾਹੀਦਾ ਹੈ। ਇਹ ਲਿਮਿਟ ਸ਼ੁੱਡ ਬੀ ਫਿਕਸਡ ਫॉर ਟੇਕਿੰਗ ਇੰਟਰਨਲ ਐਂਡ ਐਕਸਟਰਨਲ ਲੋਨਸ। ਇੰਟਰਨਲ ਅਤੇ ਐਕਸਟਰਨਲ ਲੋਨਸ ਨੂੰ ਲੈਣ ਦੀ ਜਿਹੜੀ ਲਿਮਿਟ ਆ ਫਿਕਸਡ ਕਰ ਦੇਣੀ ਚਾਹੀਦੀ ਆ। The time between the receipts and utilization of public debt should be minimized। that means ਕਿ ਗਵਰਨਮੈਂਟ ਜਿਸ ਟਾਈਮ ਡੈਪਟ ਨੂੰ ਜਾਂ ਲੋਨ ਨੂੰ ਰਿਸੀਵ ਕਰਦੀ ਆ ਉਸ ਤੋਂ ਤੁਰੰਤ ਬਾਅਦ ਹੀ ਉਸਨੂੰ ਪ੍ਰੋਡਕਟਿਵ ਪਰਪਸ ਦੇ ਲਈ ਯੂਟੀਲਾਈਜ਼ ਮਤਲਬ ਕਿ ਯੂਜ਼ ਕਰਨਾ ਸਟਾਰਟ ਕਰ ਦੇਣਾ ਚਾਹੀਦਾ। ਇਹ ਨਾ ਹੋਵੇ ਕਿ ਗਵਰਨਮੈਂਟ ਲੋਨ ਲੈ ਲਵੇ ਬਟ ਉਸਨੂੰ ਯੂਜ਼ ਕਰਨ ਵਿੱਚ ਬਹੁਤ ਟਾਈਮ ਲਗਾ ਦੇਵੇ, ਜਿਸ ਕਾਰਨ ਕਿ ਇੰਟਰਸਟ ਦਾ ਬਰਡਨ ਗਵਰਨਮੈਂਟ ਉੱਤੇ ਹੋਰ ਜ਼ਿਆਦਾ ਵੱਧਦਾ ਜਾਏਗਾ। ਇਸ ਤੋਂ ਇਲਾਵਾ ਗਵਰਨਮੈਂਟ ਨੂੰ ਐਫਰਟਸ ਕਰਨੇ ਚਾਹੀਦੇ ਆ ਕਿ ਜਿਹੜੇ ਵੇਸਟਫੁਲ ਕੰਜ਼ੰਪਸ਼ਨ ਆ ਉਸਨੂੰ ਕੰਟਰੋਲ ਕੀਤਾ ਜਾਵੇ। ਇਸ ਨਾਲ ਕੀ ਹੋਏਗਾ, ਡੋਮੈਸਟਿਕ ਸੇਵਿੰਗਸ ਪ੍ਰਮੋਟ ਹੋਏਗੀ ਅਤੇ ਕੈਪੀਟਲ ਫਾਰਮੇਸ਼ਨ ਇਕੋਨਮੀ ਦੇ ਵਿੱਚ ਇਨਕਰੀਜ਼ ਹੋਏਗਾ। ਇਹਨਾਂ ਸਾਰੇ ਸੁਜੈਸ਼ਨਸ ਨੂੰ ਅਡੋਪਟ ਕਰਕੇ ਗਵਰਨਮੈਂਟ ਜਿਹੜੇ ਪਬਲਿਕ ਡੈਪਟ ਦੇ ਬਰਡਨ ਨੂੰ ਰਿਡਿਊਸ ਕਰ ਸਕਦੀ ਆ ਕੰਟਰੀ ਦੇ ਵਿੱਚੋਂ ਐਂਡ ਉਸ ਨਾਲ ਕੀ ਹੋਏਗਾ, ਇਕਨੋਮਿਕ ਗਰੋਥ ਨੂੰ ਪ੍ਰਮੋਟ ਕਰ ਸਕਦੀ ਹੈ। ਨੈਕਸਟ ਇਜ਼ ਪਬਲਿਕ ਡੈਪਟ ਐਂਡ ਟੈਕਸਿਸ। ਪਬਲਿਕ ਡੈਪਟ ਐਂਡ ਟੈਕਸਿਸ ਆ ਉਹ ਕੀ ਪਬਲਿਕ ਫਾਈਨਾਂਸ ਦੇ ਮੇਜਰ ਸੋਰਸਸ ਆ। ਜਦੋਂ ਪਬਲਿਕ ਡੈਪਟ ਇੱਕ ਗਵਰਨਮੈਂਟ ਦੀ ਲਾਇਬਿਲਿਟੀਜ਼ ਹੁੰਦੀ ਆ, ਟੈਕਸ ਕੀ ਆ ਕਿ ਗਵਰਨਮੈਂਟ ਜਦੋਂ ਲੈ ਲੈਂਦੀ ਆ ਉਸ ਦੇ ਬਦਲੇ ਗਵਰਨਮੈਂਟ ਨੂੰ ਦੁਬਾਰਾ ਪੇ ਨਹੀਂ ਕਰਨਾ ਪੈਂਦਾ। ਲਾਈਕ ਗਵਰਨਮੈਂਟ ਨੇ ਜੇ ਲੋਨ ਲਿਆ ਆ ਅਤੇ ਉਸ ਦੇ ਉੱਪਰ ਲੋਨ ਅਤੇ ਇੰਟਰਸਟ ਗਵਰਨਮੈਂਟ ਨੂੰ ਇੱਕ ਫਿਕਸ ਟਾਈਮ ਪੀਰੀਅਡ ਦੇ ਉੱਪਰ ਪੇ ਕਰਨਾ ਹੀ ਪਏਗਾ। ਬਟ ਟੈਕਸ ਕੀ ਆ ਕਿ ਗਵਰਨਮੈਂਟ ਨੇ ਜਿਸ ਪਰਸਨ ਤੋਂ ਟੈਕਸ ਲਿਆ ਉਸਨੂੰ ਐਜ਼ ਇਟ ਇਜ਼ ਵਾਪਸ ਨਹੀਂ ਕਰਨਾ ਹੁੰਦਾ। ਬਟ ਜਿਹੜੀ ਟੈਕਸ ਤੋਂ ਰੈਵਨਿਊ ਹੁੰਦੀ ਆ ਉਹ ਬਹੁਤ ਹੀ ਲਿਮਿਟਡ ਹੁੰਦੀ ਆ, ਜਿਸ ਕਾਰਨ ਗਵਰਨਮੈਂਟ ਨੂੰ ਆਪਣੇ ਐਕਸਪੈਂਡੀਚਰ ਨੂੰ ਪੂਰਾ ਕਰਨ ਦੇ ਲਈ ਅਤੇ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਬਲਿਕ ਡੈਪਟ ਲੈਣਾ ਪੈਂਦਾ ਹੈ। and there are difference between public debt and taxes। first is responsibility of redemption। ਟੈਕਸ ਦੇ ਰੂਪ ਵਿੱਚ ਗਵਰਨਮੈਂਟ ਨੂੰ ਜਿਹੜੀ ਅਮਾਊਂਟ ਰਿਸੀਵਡ ਹੋਈ ਹੁੰਦੀ ਆ ਗਵਰਨਮੈਂਟ ਉਸਨੂੰ ਪੇ ਬੈਕ ਨਹੀਂ ਕਰਨਾ ਹੁੰਦਾ। ਦੈਟ ਮੀਨਸ ਕਿ ਗਵਰਨਮੈਂਟ ਉੱਪਰ ਕੋਈ ਵੀ ਰਿਸਪੋਂਸੀਬਿਲਿਟੀ ਨਹੀਂ ਹੁੰਦੀ ਰਿਡਮਸ਼ਨ ਦੀ। ਬਟ ਦਾ ਪਬਲਿਕ ਡੈਪਟ ਅਗਰ ਗਵਰਨਮੈਂਟ ਲੋਨ ਲੈਂਦਾ ਆ ਉਸਨੂੰ ਉਹ ਇੱਕ ਗਵਰਨਮੈਂਟ ਦੀ ਲਾਇਬਿਲਿਟੀ ਹੁੰਦੀ ਆ, ਗਵਰਨਮੈਂਟ ਨੂੰ ਇੱਕ ਟਾਈਮ ਪੀਰੀਅਡ ਤੋਂ ਬਾਅਦ ਉਸਨੂੰ ਵਾਪਸ ਕਰਨਾ ਪੈਂਦਾ ਆ। ਨੈਕਸਟ ਇਜ਼ ਬਰਡਨ ਐਂਡ ਬੈਨੀਫਿਟਸ।
ਟੈਕਸ ਦਾ ਬਰਡਨ ਅਤੇ ਉਸ ਦਾ ਬੈਨੀਫਿਟਸ ਉਹ ਕੀ ਆ, ਸਿਰਫ ਪ੍ਰੈਜੈਂਟ ਜਨਰੇਸ਼ਨ ਨੂੰ ਮਿਲਦਾ ਹੈ, ਬਟ ਦਾ ਬਰਡਨ ਆਫ ਲੌਂਗ ਟਰਮ ਪਬਲਿਕ ਡੈਪਟ ਰੈਸਟ ਔਨ ਦਾ ਫਿਊਚਰ ਜਨਰੇਸ਼ਨ। ਨੈਕਸਟ ਇਜ਼ ਨੇਚਰ। ਟੈਕਸ ਕੀ ਆ, ਹਰ ਇੱਕ ਗਵਰਨਮੈਂਟ ਦਾ ਜਿਹੜੀ ਸੋਰਸ ਆਫ ਇਨਕਮ ਆ ਉਹ ਕਿਸ ਤੋਂ ਹੁੰਦੀ ਆ, ਟੈਕਸ ਤੋਂ ਮਿਲਦੀ ਆ। ਔਨ ਦਾ ਅਦਰ ਹੈਂਡ ਪਬਲਿਕ ਡੈਪਟ ਕੀ ਆ ਕਿ ਜਦੋਂ ਗਵਰਨਮੈਂਟ ਦੇ ਟੋਟਲ ਐਕਸਪੈਂਡੀਚਰ ਬਹੁਤ ਜ਼ਿਆਦਾ ਹੋ ਜਾਂਦੇ ਹਨ ਟੋਟਲ ਰਿਸੀਪਟਸ ਨਾਲੋਂ, ਦੈਨ ਗਵਰਨਮੈਂਟ ਉਸ ਨੂੰ ਪੂਰਾ ਕਰਨ ਦੇ ਲਈ ਪਬਲਿਕ ਡੈਪਟ ਲੈਂਦੇ ਆ। ਨੈਕਸਟ ਇਜ਼ ਅਮਾਊਂਟ। ਓਨਲੀ ਅ ਲਿਮਿਟਡ ਅਮਾਊਂਟ ਆਫ ਮਨੀ ਕੈਨ ਬੀ ਅਕਮੂਲੇਟਡ ਥਰੂ ਟੈਕਸਿਸ। ਦੈਟ ਮੀਨ ਟੈਕਸ ਤੋਂ ਜਿਹੜੀ ਮਨੀ ਜਾਂ ਇਨਕਮ ਰਿਸੀਵ ਹੁੰਦੀ ਆ ਉਹ ਬਹੁਤ ਲਿਮਿਟਡ ਹੁੰਦੀ ਆ, ਬਟ ਇਹ ਜਿਹੜੀ ਮਨੀ ਜਿਹੜੀ ਅਕਮੂਲੇਟ ਹੁੰਦੀ ਆ ਡੈਪਟ ਤੋਂ ਉਹ ਬਹੁਤ ਲਾਰਜ ਸਕੇਲ 'ਤੇ ਕੀਤੀ ਜਾ ਸਕਦੀ ਆ। ਨੈਕਸਟ ਇਜ਼ ਡਿਫਰੈਂਸ ਬਿਟਵੀਨ ਇੰਟਰਨਲ ਡੈਪਟ ਐਂਡ ਐਕਸਟਰਨਲ ਡੈਪਟ। ਇੰਟਰਨਲ ਡੈਪਟਸ ਕੀ ਆ, ਜਦੋਂ ਗਵਰਨਮੈਂਟ ਵਿਦਿਨ ਦੀ ਕੰਟਰੀ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਕਾਂ ਦੇ ਕੋਲੋਂ ਡੈਪਟ ਲੈਂਦੀ, ਉਸ ਨੂੰ ਇੰਟਰਨਲ ਡੈਪਟ ਕਿਹਾ ਜਾਂਦਾ ਹੈ। ਇੰਟਰਨਲ ਡੈਪਟ ਬਹੁਤ ਵੋਲੰਟਰੀ ਵੀ ਹੋ ਸਕਦਾ ਹੈ ਅਤੇ ਇਨਵੋਲੰਟਰੀ ਵੀ ਹੋ ਸਕਦਾ ਹੈ। ਜਦੋਂ ਗਵਰਨਮੈਂਟ ਫੋਰਨਰਸ ਤੋਂ ਬਾਹਰਲੀ ਕੰਟਰੀਜ਼ ਤੋਂ ਜਾਂ ਫੋਰਨ ਔਰਗਨਾਈਜੇਸ਼ਨਸ ਤੋਂ ਡੈਪਟ ਲੈਂਦੀ ਹੈ ਉਸ ਨੂੰ ਐਕਸਟਰਨਲ ਡੈਪਟ ਕਿਹਾ ਜਾਂਦਾ ਹੈ, ਬਟ ਐਕਸਟਰਨਲ ਡੈਪਟ ਸਿਰਫ ਓਨਲੀ ਵੋਲੰਟਰੀ ਹੁੰਦਾ ਹੈ। ਐਂਡ ਇੰਟਰਨਲ ਡੈਪਟ ਦੇ ਉੱਪਰ ਜਿਹੜੀ ਗਵਰਨਮੈਂਟ ਇੰਟਰਸਟ ਪੇਮੈਂਟ ਕਰਦੀ ਆ ਉਸ ਦਾ ਇਕੋਨਮੀ ਦੇ ਉੱਪਰ ਕੋਈ ਵੀ ਐਡਵਰਸ ਇਫੈਕਟ ਨਹੀਂ ਪੈਂਦਾ, ਕਿਉਂਕਿ ਜਿਹੜਾ ਮਨੀ ਟਰਾਂਸਫਰ ਹੋਇਆ ਉਹ ਵਨ ਹੈਂਡ ਟੂ ਅਦਰ ਹੈਂਡ ਹੀ ਹੋਇਆ ਵਿਦਿਨ ਦਾ ਕੰਟਰੀ। ਬਟ ਵੈਨ ਜਦੋਂ ਐਕਸਟਰਨਲ ਡੈਪਟ ਦੇ ਉੱਪਰ ਗਵਰਨਮੈਂਟ ਜਿਹੜਾ ਇੰਟਰਸਟ ਦੀ ਪੇਮੈਂਟ ਕਰਦੀ ਆ ਉਸ ਦਾ ਐਡਵਰਸ ਇਫੈਕਟ ਪੈਂਦਾ ਹੈ ਇਕੋਨਮੀ ਦੇ ਉੱਪਰ, ਬਿਕੋਜ਼ ਜਿਹੜੀ ਵੈਲਥ ਆ ਮਨੀ ਆ ਉਹ ਕੰਟਰੀ ਦੇ ਬਾਹਰ ਜਾਂਦੀ ਆ। ਜਿਹੜੇ ਇੰਟਰਨਲ ਡੈਪਟਸ ਆ ਉਹ ਜ਼ਿਆਦਾਤਰ ਸ਼ਾਰਟ ਪੀਰੀਅਡਸ ਦੇ ਲਈ ਲਏ ਜਾਂਦੇ ਆ, ਜਦ ਕਿ ਜਿਹੜੇ ਐਕਸਟਰਨਲ ਡੈਪਟਸ ਆ ਉਹ ਲੌਂਗ ਪੀਰੀਅਡ ਦੇ ਲਈ ਲਏ ਜਾਂਦੇ ਆ। ਐਂਡ ਇਸ ਤੋਂ ਇਲਾਵਾ ਜਿਹੜਾ ਦ ਬਰਡਨ ਆਫ ਇੰਟਰਨਲ ਡੈਪਟ ਆ ਇਜ਼ ਲੈਸ ਦੈਨ ਦ ਬਰਡਨ ਆਫ ਐਕਸਟਰਨਲ ਡੈਪਟ। ਇੰਟਰਨਲ ਡੈਪਟ ਦਾ ਜਿਹੜਾ ਬਰਡਨ ਆ ਉਹ ਐਕਸਟਰਨਲ ਡੈਪਟ ਨਾਲੋਂ ਘੱਟ ਆ, ਬਿਕੋਜ਼ ਕਿ ਜਦੋਂ ਐਕਸਟਰਨਲ ਡੈਪਟ ਲੈਂਦੇ ਉਸ ਦੀ ਰੀਪੇਮੈਂਟ ਅਤੇ ਇੰਟਰਸਟ ਜਿਹੜਾ ਪੇ ਕੀਤਾ ਜਾਂਦਾ ਹੈ ਉਹ ਫੋਰਨ ਕਰੰਸੀ ਦੇ ਵਿੱਚ ਕਰਨਾ ਪੈਂਦਾ ਹੈ, ਬਟ ਇੰਟਰਨਲ ਡੈਪਟ ਦੀ ਜਦੋਂ ਪੇ ਬੈਕ ਕਰਨਾ ਹੁੰਦਾ ਉਸ ਲਈ ਫੋਰਨ ਕਰੰਸੀ ਦੀ ਜ਼ਰੂਰਤ ਨਹੀਂ ਹੁੰਦੀ। In short, every country has to seek both internal and external debts in order to meet its growing demand for financial resources. Next is debt trap. When the public debt increased beyond a safe limit, it may not be possible for the government to pay the interest and debt installment regularly. It has to borrow further to pay the interest and installment of the existing debt. ਕਿ ਜਦੋਂ ਇੱਕ ਗਵਰਨਮੈਂਟ ਦਾ ਪਬਲਿਕ ਡੈਪਟ ਇੱਕ ਸੇਫ ਲਿਮਿਟ ਤੋਂ ਬਹੁਤ ਜ਼ਿਆਦਾ ਵੱਧ ਜਾਂਦਾ ਆ ਕਿ ਗਵਰਨਮੈਂਟ ਇੰਨੀ ਵੀ ਕਿ ਗਵਰਨਮੈਂਟ ਕੋਲ ਪੋਸੀਬਲ ਨਹੀਂ ਹੁੰਦਾ ਕਿ ਉਹ ਆਪਣੇ ਇੰਟਰਸਟ ਅਤੇ ਡੈਪਟ ਨੂੰ ਦੀ ਜਿਹੜੀ ਇੰਸਟਾਲਮੈਂਟਸ ਆ ਉਸ ਨੂੰ ਰੈਗੂਲਰਲੀ ਪੇ ਕਰ ਸਕੇ। ਇਸ ਕਾਰਨ ਗਵਰਨਮੈਂਟ ਕੀ ਕਰਦੀ ਹੈ, ਇੱਕ ਨਵਾਂ ਡੈਪਟ ਲੈ ਲੈਂਦੀ, ਇੱਕ ਨਵਾਂ ਲੋਨ ਲੈਂਦੀ ਆ ਆਪਣੇ ਪੁਰਾਣੇ ਇੰਟਰਸਟ ਅਤੇ ਲੋਨਸ ਦੀ ਇੰਸਟਾਲਮੈਂਟਸ ਨੂੰ ਪੇ ਕਰਨ ਦੇ ਲਈ, ਜਿਸ ਕਾਰਨ ਗਵਰਨਮੈਂਟ ਇੱਕ ਕੀ ਡੈਪਟ ਟ੍ਰੈਪ ਦੇ ਵਿੱਚ ਫਸਦੀ ਜਾਂਦੀ ਆ, ਉਸ ਨੂੰ ਕੀ ਕਿਹਾ ਜਾਂਦਾ, ਡੈਪਟ ਟ੍ਰੈਪ। ਦੈਟ ਮੀਨਸ ਕਿ ਗਵਰਨਮੈਂਟ ਜਦੋਂ ਆਪਣੇ ਐਗਜ਼ਿਸਟਿੰਗ ਲੋਨਸ 'ਤੇ ਇੰਟਰਸਟ ਨੂੰ ਪੇ ਕਰਨ ਦੇ ਲਈ ਇੱਕ ਹੋਰ ਲੋਨ ਲੈ ਲੈਂਦੀ, ਨਵਾਂ ਲੋਨ, ਉਸ ਨਾਲ ਕੀ ਹੁੰਦਾ ਹੈ ਕਿ ਗਵਰਨਮੈਂਟ ਲੋਨਸ ਦੇ ਵਿੱਚ ਫਸਦੀ ਜਾਂਦੀ ਆ, ਉਸ ਨੂੰ ਡੈਪਟ ਟ੍ਰੈਪ ਕਿਹਾ ਜਾਂਦਾ ਆ।